ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਮੱਕੇ ਪਹੁੰਚ ਗਏ। ਮੱਕੇ ਪਹੁੰਚ ਕੇ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ। ਇਹ ਸ਼ਬਦ ਸੁਣ ਕੇ ਹਾਜੀ ਤੇ ਮੱਕੇ ਦੇ ਲੋਕ ਆਖਣ ਲੱਗੇ ਕਿ ਇਹ ਕੋਈ ਬੜਾ ਸਿਆਣਾ ਪੁਰਸ਼ ਹੈ। ਬਹੁਤ ਲੋਕ ਰਸਦ ਆਦਿ ਦੀ ਭੇਟਾ ਲੈ ਕੇ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਸੰਗਤ ਕਰਕੇ ਨਿਹਾਲ ਹੁੰਦੇ। ਸ਼ਬਦ ਦੀ ਧੁਨ ਸੁਣ ਕੇ ਬਹੁਤ ਸਾਰੇ ਲੋਕ ਮੱਕਾ ਨਿਵਾਸੀ ਤੇ ਹਾਜੀ ਗੁਰੂ ਜੀ ਦੇ ਪਾਸ ਆ ਕੇ ਇਕੱਠੇ ਹੋ ਗਏ। ਇੱਕ ਘੜੀ ਉਪਰੰਤ ਗੁਰੂ ਜੀ ਕਹਿਣ ਲੱਗੇ, ਮਰਦਾਨੇ, ਜਿਸ ਨੂੰ ਵੇਖਣ ਵਾਸਤੇ ਤੂੰ ਆਇਆ ਹੈ, ਜਾਂ ਉਸ ਨੂੰ ਜਾ ਕੇ ਵੇਖ। ਮਰਦਾਨਾ ਜਦ ਮੱਕੇ ਦੇ ਅੰਦਰ ਵੇਖਣ ਗਿਆ ਤਾਂ ਦਰਵਾਜ਼ੇ ਅੱਗੇ ਬੈਠੇ ਹੋਏ ਮਜੌਰਾਂ ਨੇ ਕਿਹਾ, ਅੱਗੇ ਜਾਣ ਦਾ ਹੁਕਮ ਨਹੀਂ ਹੈ। ਮਰਦਾਨੇ ਨੇ ਕਿਹਾ, ਮੈਂ ਤਾਂ ਮੁਸਲਮਾਨ ਹਾਂ, ਮੈਨੂੰ ਅੱਗੇ ਕਿਉਂ ਨਹੀਂ ਜਾਣ ਦਿੰਦੇ? ਮੈਂ ਦਰਸ਼ਨ ਕਰਕੇ ਮੁੜ ਆਵਾਂਗਾ। ਮਜ਼ੌਰਾਂ ਨੇ ਕਿਹਾ, ਤੂੰ ਇੱਥੇ ਹੀ ਹੱਥ ਜੋੜ ਕੇ ਨਮਸਕਾਰ ਕਰ ਲੈ, ਜਾਂ ਫਿਰ ਤੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੰਦੇ ਹਾਂ ਤੇ ਤੂੰ ਅੰਦਰ ਚਲਿਆ ਜਾ, ਕਿਉਂਕਿ ਅੱਗੇ ਜਾ ਕੇ ਵੇਖਣ ਦੀ ਆਗਿਆ ਨਹੀਂ ਹੈ। ਇਹ ਸੁਣ ਕੇ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਕਿਹਾ, ਮੈਨੂੰ ਮਜੌਰ ਅੱਗੇ ਨਹੀਂ ਜਾਣ ਦਿੰਦੇ ਅਤੇ ਕਹਿੰਦੇ ਹਨ ਕਿ ਜੇ ਅੱਗੇ ਜਾਣਾ ਹੈ ਤਾਂ ਅੱਖਾਂ ਬੰਨ੍ਹ ਕੇ ਜਾ। ਜੇ ਮੈਂ ਅੱਖਾਂ ਬੰਨ੍ਹ ਕੇ ਗਿਆ ਤਾਂ ਅੰਦਰ ਵੇਖਾਂਗਾ ਕੀ? ਹੁਣ ਤੁਹਾਡੇ ਨਾਲ ਆਣ ਕੇ ਵੀ ਜੇ ਬਿਨਾਂ ਵੇਖਿਆ ਹੀ ਮੁੜ ਗਏ ਤਾਂ ਫਿਰ ਹੋਰ ਕੌਣ ਮੈਨੂੰ ਵਿਖਾਏਗਾ? ਤਦ ਗੁਰੂ ਜੀ ਨੇ ਉਸ ਨੂੰ ਇੱਕ ਮਾਲਾ ਦਿੱਤੀ ਅਤੇ ਕਿਹਾ, ਸਤਨਾਮ ਦਾ ਜਾਪ ਕਰਦਾ ਹੋਇਆ ਬੇਝਿਜਕ ਹੋ ਕੇ ਅੰਦਰ ਚਲਿਆ ਜਾਵੀਂ। ਤੈਨੂੰ ਕੋਈ ਨਹੀਂ ਵੇਖੇਗਾ ਤੇ ਨਾ ਹੀ ਕੋਈ ਰੋਕੇਗਾ। ਗੁਰੂ ਜੀ ਦਾ ਬਚਨ ਮੰਨ ਕੇ ਮਰਦਾਨਾ ਸਤਨਾਮ ਦਾ ਸਿਮਰਨ ਕਰਦਾ ਹੋਇਆ ਕਾਬੇ ਦੇ ਮੰਦਰ ਅੰਦਰ ਬਿਨਾਂ ਰੋਕ ਟੋਕ ਚਲਿਆ ਗਿਆ ਤਾਂ ਉਸਨੇ ਵੇਖਿਆ ਕਿ ਉੱਥੇ ਇੱਕ ਪੱਥਰ ਦੀ ਵੱਡੀ ਸਾਰੀ ਮੂਰਤੀ ਰੱਖੀ ਹੋਈ ਸੀ, ਹੋਰ ਕੁਝ ਨਹੀਂ। ਇਹ ਵੇਖ ਕੇ ਮਰਦਾਨਾ ਚੁੱਪਚਾਪ ਹੀ ਵਾਪਸ ਗੁਰੂ ਜੀ ਦੇ ਪਾਸ ਆ ਗਿਆ। ਗੁਰੂ ਜੀ ਨੇ ਪੁੱਛਿਆ, ਕੀ ਵੇਖ ਆਇਆ ਹੈ? ਤਦ ਮਰਦਾਨੇ ਨੇ ਕਿਹਾ, ਮਹਾਰਾਜ ਜੀ, ਉੱਥੇ ਕੇਵਲ ਵੱਡਾ ਪੱਥਰ ਹੀ ਰੱਖਿਆ ਹੋਇਆ ਹੈ, ਹੋਰ ਕੁਝ ਨਹੀਂ। ਇਹ ਕੀ ਗੱਲ ਹੈ? ਫਿਰ ਅੱਖਾਂ ਬੰਨ੍ਹ ਕੇ ਕਿਉਂ ਅੰਦਰ ਭੇਜਦੇ ਹਨ? ਇਹ ਅਸਥਾਨ ਜਿਸ ਦੀ ਬਹੁਤ ਮਹਾਨਤਾ ਹੈ ਕਿਸ ਤਰ੍ਹਾਂ ਬਣਿਆ? ਇਹ ਸਭ ਕੁਝ ਮੈਨੂੰ ਦੱਸੋ। ਮੁਸਲਮਾਨ ਕਹਿੰਦੇ ਹਨ ਬੁੱਤ ਪੂਜਾ ਨਹੀਂ ਕਰਨੀ ਚਾਹੀਦੀ, ਪਰ ਇਹ ਬੁੱਤ ਪੂਜਾ ਨਹੀਂ ਤਾਂ ਹੋਰ ਕੀ ਹੈ? ਮੇਰਾ ਸੰਸਾ ਨਿਵਰਤ ਕਰੋ। ਗੁਰੂ ਜੀ ਨੇ ਕਿਹਾ, ਪਾਰਵਤੀ ਦੇ ਪਤੀ ਸ਼ਿਵ ਜੀ ਦਾ ਲਿੰਗ ਬੜੇ ਲੰਮੇ ਸਮੇਂ ਤੋਂ ਇੱਥੇ ਰੱਖਿਆ ਹੋਇਆ ਸੀ। ਇੱਥੇ ਪਹਿਲਾਂ ਕੋਈ ਮੰਦਰ ਨਹੀਂ ਸੀ ਤੇ ਉਜਾੜ ਵਿੱਚ ਰੱਖਿਆ ਹੋਇਆ ਸੀ। ਇੱਥੇ ਇੱਕ ਬੜਾ ਜ਼ਾਲਮ ਰਾਜਾ ਹੋਇਆ ਜੋ ਮੁਸਲਮਾਨੀ ਮੱਤ ਦਾ ਬੜਾ ਪੱਕਾ ਸੀ। ਜਦ ਉਸਨੇ ਮਹਾਦੇਵ ਸ਼ਿਵ ਜੀ ਦਾ ਇਹ ਲਿੰਗ ਵੇਖਿਆ ਤਾਂ ਗੁੱਸੇ ਨਾਲ ਆਪਣੇ ਨੌਕਰ ਨੂੰ ਕਿਹਾ, ਇਸ ਨੂੰ ਦੂਰ ਸਿੱਟ ਆਓ। ਜਦ ਨੌਕਰ ਇਸ ਲਿੰਗ ਨੂੰ ਚੁੱਕ ਕੇ ਤੁਰੇ ਤਾਂ ਸਾਰੇ ਦੇਸ਼ ਵਿੱਚ ਅਚਾਨਕ ਹੀ ਅੱਗ ਲੱਗ ਗਈ। ਸਭ ਦੁਕਾਨਾਂ, ਮਕਾਨ, ਬਾਜ਼ਾਰ ਤੇ ਮਹਿਲ ਮਾੜੀਆਂ ਸੜਨ ਲੱਗ ਪਏ। ਰਾਜੇ ਨੇ ਇਸ ਨੂੰ ਸ਼ਿਵਲਿੰਗ ਦੀ ਕਰੋਪੀ ਦਾ ਕਾਰਨ ਸਮਝ ਕੇ ਲਿੰਗ ਤੋਂ ਮਾਫੀ ਮੰਗੀ ਅਤੇ ਉਸ ਦੇ ਚਰਨ ਫੜ ਕੇ ਮੱਥਾ ਟੇਕਿਆ। ਰਾਤ ਸਮੇਂ ਸੁਪਨੇ ਵਿੱਚ ਰਾਜੇ ਨੂੰ ਇਸ ਲਿੰਗ ਨੇ ਕਿਹਾ, ਇਸ ਸਥਾਨ 'ਤੇ ਮੇਰਾ ਇੱਕ ਸੁੰਦਰ ਮੰਦਰ ਬਣਵਾਓ ਅਤੇ ਅੱਖਾਂ ਬੰਦ ਕਰਕੇ ਅੰਦਰ ਜਾਓਗੇ ਤਾਂ ਸਾਰੇ ਕਾਰਜ ਸਿੱਧ ਹੋਣਗੇ। ਜੇ ਤੂੰ ਇਸ ਪ੍ਰਕਾਰ ਨਹੀਂ ਕਰੇਗਾ ਤਾਂ ਬਹੁਤ ਦੁੱਖ ਪਾਵੇਂਗਾ। ਤਦ ਦਿਨ ਚੜ੍ਹੇ ਹੀ ਰਾਜੇ ਨੇ ਇਹ ਮੰਦਰ ਬਣਵਾਉਣਾ ਆਰੰਭ ਕਰ ਦਿੱਤਾ ਤੇ ਸੰਪੂਰਨ ਕਰਕੇ ਸ਼ਿਵਲਿੰਗ ਨੂੰ ਮੰਦਰ ਦੇ ਅੰਦਰ ਰੱਖ ਦਿੱਤਾ। ਇਸ ਲਿੰਗ ਦਾ ਇਸ਼ਨਾਨ ਮੰਦਰ ਦੇ ਅੰਦਰ ਹੀ ਕਰਾਉਂਦੇ ਹਨ ਅਤੇ ਜਿਹੜਾ ਇਸ਼ਨਾਨ ਦਾ ਪਾਣੀ ਬਾਹਰ ਆਉਂਦਾ ਹੈ, ਹਾਜੀ ਲੋਕ ਉਸ ਨੂੰ ਹੱਥ ਵਿੱਚ ਲੈ ਕੇ ਆਪਣਾ ਹੱਜ ਸੰਪੂਰਨ ਸਮਝਦੇ ਹਨ। ਇਹ ਸਾਰਾ ਪ੍ਰਸੰਗ ਸੁਣ ਕੇ ਭਾਈ ਮਰਦਾਨੇ ਨੇ ਕਿਹਾ, ਫਿਰ ਮੈਂ ਅੰਨਾ ਕਿਉਂ ਨਹੀਂ ਹੋਇਆ? ਮੈਂ ਤਾਂ ਅੱਖਾਂ ਖੋਲ੍ਹ ਕੇ ਹੀ ਸਭ ਕੁਝ ਵੇਖ ਆਇਆ ਹਾਂ। ਗੁਰੂ ਜੀ ਨੇ ਕਿਹਾ, ਤੇਰੇ ਉੱਤੇ ਕਰਤਾਰ ਦੀ ਕਿਰਪਾ ਹੈ, ਤੇਰਾ ਭਰਮ
ਨਿਵਿਰਤ ਹੋ ਚੁੱਕਾ ਹੈ। ਇਸ ਤਰ੍ਹਾਂ ਜਦ ਦਿਨ ਬੀਤ ਗਿਆ ਤਾਂ ਰਾਤ ਪੈ ਜਾਣ ਕਰਕੇ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਬਿਰਾਜ ਗਏ। ਜਦ ਇੱਕ ਪਹਿਰ ਰਾਤ ਰਹਿ ਗਈ ਤਾਂ ਜੀਵਨ ਮੁੱਲਾ ਜੋ ਮੰਦਰ ਵਿੱਚ ਝਾੜੂ ਦੇਣ ਆਇਆ ਸੀ ਉਸਨੇ ਆਪ ਜੀ ਨੂੰ ਕਾਬੇ ਵੱਲ ਪੈਰ ਕਰਕੇ ਸੁੱਤੇ ਪਏ ਵੇਖ ਕੇ ਗੁੱਸੇ ਨਾਲ ਲੱਤ ਮਾਰੀ ਅਤੇ ਆਖਿਆ, ਤੂੰ ਕਿੱਥੋਂ ਆਇਆ ਹੈ? ਤੂੰ ਕੌਣ ਹੈ ਜੋ ਕਾਬੇ ਸ਼ਰੀਫ ਵੱਲ ਪੈਰ ਕਰਕੇ ਸੁੱਤਾ ਹੋਇਆ ਹੈ? ਗੁਰੂ ਜੀ ਨੇ ਬੜੀ ਸ਼ਾਂਤੀ ਨਾਲ ਕਿਹਾ, ਅਸੀਂ ਮੁਸਾਫਿਰ ਹਾਂ, ਸਫ਼ਰ ਕਰਕੇ ਥੱਕ ਕੇ ਨਿਢਾਲ ਹੋ ਗਏ ਹਾਂ। ਸਾਨੂੰ ਕੋਈ ਸੁੱਧ ਨਹੀਂ ਰਹੀ ਕਿ ਪੈਰ ਕਿਸ ਪਾਸੇ ਕਰਨੇ ਹਨ। ਇਸ ਕਰਕੇ ਤੁਸੀਂ ਸਾਨੂੰ ਅਣਜਾਣ ਜਾਣ ਕੇ ਗੁੱਸਾ ਨਾ ਕਰੋ ਅਤੇ ਪੈਰ ਫੜ ਕੇ ਦੂਜੇ ਪਾਸੇ, ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ, ਉੱਧਰ ਕਰ ਦਿਓ। ਮੁੱਲਾ ਨੇ ਜਦ ਗੁੱਸੇ ਨਾਲ ਪੈਰ ਘਸੀੜ ਕੇ ਦੂਜੇ ਪਾਸੇ ਕੀਤੇ ਤਾਂ ਉਸਨੇ ਵੇਖਿਆ ਕਿ ਕਾਬਾ ਵੀ ਉੱਧਰ ਨਾਲ ਹੀ ਫਿਰ ਗਿਆ ਹੈ। ਜੀਵਨ ਨੇ ਗੁਰੂ ਜੀ ਦੇ ਚਰਨ ਛੱਡ ਕੇ ਜਦ ਵੇਖਿਆ ਕਿ ਕਾਬਾ ਵੀ ਪੈਰਾਂ ਵਾਲੇ ਪਾਸੇ ਹੀ ਆ ਗਿਆ ਹੈ ਤਾਂ ਉਸਨੇ ਬੜੇ ਹੈਰਾਨ ਹੋ ਕੇ ਗੁਰੂ ਜੀ ਦੇ ਚਰਨਾਂ ਨੂੰ ਫਿਰ ਦੂਜੇ ਪਾਸੇ ਕਰ ਦਿੱਤਾ ਅਤੇ ਫਿਰ ਵੇਖਿਆ ਤਾਂ ਕਾਬਾ ਫਿਰ ਚਰਨਾਂ ਵਾਲੇ ਪਾਸੇ ਹੀ ਖੜਾ ਸੀ। ਜੀਵਨ ਸ਼ਰਮਿੰਦਾ ਹੋ ਕੇ ਕਹਿਣ ਲੱਗਿਆ, ਉੱਠੋ, ਹੁਣ ਨਮਾਜ਼ ਦਾ ਸਮਾਂ ਹੈ, ਨਮਾਜ਼ ਪੜ੍ਹੋ। ਜੀਵਨ ਦੀ ਇਹ ਗੱਲ ਸੁਣ ਕੇ ਕਿ ਨਮਾਜ਼ ਦਾ ਸਮਾਂ ਹੈ, ਨਮਾਜ਼ ਪੜ੍ਹੋ, ਗੁਰੂ ਜੀ ਨੇ ਬੈਠ ਕੇ ਇਹ ਸ਼ਬਦ ਉਚਾਰਨ ਕੀਤਾ, ਮਹੱਲਾ ਪਹਿਲਾ। ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਪੰਜ ਨਮਾਜ਼ਾਂ ਹਨ ਤੇ ਪੰਜ ਉਹਨਾਂ ਦੇ ਨਾਮ ਹਨ। ਪਹਿਲਾ ਸੱਚ ਬੋਲਣਾ, ਦੂਜਾ ਧਰਮ ਦੀ ਕਿਰਤ ਦਾ ਖਾਣਾ, ਤੀਜਾ ਪਰਮੇਸ਼ਰ ਨਿਮਿਤ ਦਾਨ ਕਰਨਾ, ਚੌਥਾ ਆਪਣੀ ਨੀਅਤ ਨੂੰ ਸਾਫ਼ ਰੱਖਣਾ ਤੇ ਪੰਜਵਾਂ ਹੈ ਮਨ ਵਿੱਚ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ। ਉਪਰੰਤ ਨੇਕ ਕੰਮਾਂ ਦਾ ਕਲਮਾ ਪੜ੍ਹ ਕੇ ਮੁਸਲਮਾਨ ਅਖਵਾਉਣ ਦਾ ਹੱਕਦਾਰ ਹੁੰਦਾ ਹੈ। ਹੋਰ ਝੂਠਿਆਂ ਦੀਆਂ ਝੂਠੀਆਂ ਗੱਲਾਂ ਹਨ। ਆਪ ਜੀ ਦੇ ਬਚਨ ਸੁਣ ਕੇ ਜੀਵਨ ਨੇ ਆਖਿਆ, ਕਾਫਰਾ, ਕਿਉਂ ਕੁਫਰ ਬੋਲਦਾ ਹੈ? ਤੈਨੂੰ ਅੱਲਾ ਤੇ ਉਸਦੇ ਰਸੂਲ ਦਾ ਕੋਈ ਪਤਾ ਨਹੀਂ ਹੈ। ਜਾ ਇੱਥੋਂ ਉੱਠ ਕੇ ਛੇਤੀ ਚਲਿਆ ਜਾ। ਜੇ ਕੋਈ ਹੋਰ ਅੜਬੰਗ ਆਦਮੀ ਆ ਗਿਆ ਤਾਂ ਉਹ ਮੈਨੂੰ ਮਾਰ ਦੇਵੇਗਾ। ਤੂੰ ਭੇਸ ਤਾਂ ਹਾਜੀਆਂ ਵਾਲਾ ਕਰ ਲਿਆ ਹੈ, ਪਰ ਹਾਜੀਆਂ ਵਾਲੀ ਗੱਲ ਤੈਨੂੰ ਨਹੀਂ ਆਉਂਦੀ। ਇੰਨੇ ਨੂੰ ਦਿਨ ਚੜ੍ਹ ਆਇਆ ਤੇ ਹੋਰ ਵੀ ਬਹੁਤ ਮਲਾਣੇ ਆ ਗਏ। ਜੀਵਨ ਪਾਸੋਂ ਸਾਰਾ ਹਾਲ ਸੁਣ ਕੇ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ, ਤੁਸੀਂ ਕਾਬੇ ਵੱਲ ਪੈਰ ਕਿਉਂ ਕੀਤੇ ਸਨ? ਕੋਈ ਮੁਸਲਮਾਨ ਐਸਾ ਨਹੀਂ ਕਰਦਾ। ਤੁਸੀਂ ਹਿੰਦੂ ਹੋ ਕਿ ਮੁਸਲਮਾਨ? ਕਿੱਥੋਂ ਆਏ ਹੋ? ਉਹਨਾਂ ਦੇ ਉੱਤਰ ਪ੍ਰਥਾਏ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ, ਸਿਦਕ ਮੁਸਲਾ, ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ, ਸੀਲ ਰੋਜ਼ਾ, ਹੋ ਮੁਸਲਮਾਨ। ਦਇਆ ਦੀ ਮਸੀਤ, ਸਿਦਕ ਭਰੋਸੇ ਦਾ ਮੁਸਲਾ, ਹੱਕ ਹਲਾਲ ਖਾਣਾ ਕੁਰਾਨ, ਲੱਜਾ ਦੀ ਸੁੰਨਤ, ਸ਼ੀਲਤਾ ਦਾ ਰੋਜ਼ਾ ਰੱਖੇ ਤਾਂ ਮੁਸਲਮਾਨ ਹੁੰਦਾ ਹੈ। ਨੇਕ ਚੱਲਣੀ ਦਾ ਕਾਬਾ, ਸੱਚਾਈ ਪੀਰ ਹੋਵੇ, ਜੋ ਕਲਮਾ ਤੇ ਨਿਮਾਜ਼ ਆਪਣੇ ਕਰਮ ਹੋਣ, ਮਾਲਾ ਉਹ ਹੋਵੇ ਜੋ ਉਸ ਨੂੰ ਪ੍ਰਵਾਨ ਹੋਵੇ। ਇਹ ਬਚਨ ਸੁਣ ਕੇ ਰੁਕਨਦੀਨ ਕਾਜ਼ੀ ਨੇ ਆਖਿਆ, ਤੁਸੀਂ ਖੁਦਾ ਨੂੰ ਜਾਂ ਪੈਗੰਬਰ ਨੂੰ ਮੰਨਦੇ ਹੋ ਕਿ ਨਹੀਂ? ਗੁਰੂ ਜੀ ਨੇ ਕਿਹਾ, ਖੁਦਾ ਦੇ ਦਰਬਾਰ ਅੱਗੇ ਕਈ ਹਨ, ਉੱਥੇ ਬੇਅੰਤ ਪੀਰ ਪੈਗੰਬਰ, ਸ਼ੇਖ ਤੇ ਸਰਦਾਰ ਹੱਥ ਬੰਨ੍ਹ ਕੇ ਖੜੇ ਹਨ। ਉਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ? ਉਹ ਬੇਅੰਤ ਹਨ ਜਿਹੜੇ ਖੁਦਾ ਦੇ ਹਜ਼ੂਰ ਰਹਿੰਦੇ ਹਨ। ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਜਿਨ੍ਹਾਂ ਨੇ ਖੁਦਾ ਨੂੰ ਵਿਸਾਰਿਆ ਹੋਇਆ ਹੈ, ਉਹਨਾਂ ਬੇਮੁਖਾਂ ਦੀ ਕਲਿਆਣ ਵਾਸਤੇ ਆਉਂਦੇ ਹਨ ਅਤੇ ਸੱਚ ਦਾ ਰਾਹ ਵਿਖਾ ਕੇ ਆਪਣੇ ਘਰ ਦਰਗਾਹ ਵਿੱਚ ਜਾਂਦੇ ਹਨ। ਜਿਹੜੇ ਪੱਖਵਾਦੀ ਹੁੰਦੇ ਹਨ ਉਹ ਨਰਕ ਨੂੰ ਜਾਂਦੇ ਹਨ। ਕਾਜੀ ਤੇ ਹਾਜੀ ਇਹ ਬਚਨ ਸੁਣ ਕੇ ਪੁੱਛਣ ਲੱਗੇ ਕਿ ਹਿੰਦੂ ਵੱਡਾ ਕਿ ਮੁਸਲਮਾਨ? ਗੁਰੂ ਜੀ ਨੇ ਕਿਹਾ, ਸਭ ਸਰੀਰ ਹਿੰਦੂ ਮੁਸਲਮਾਨਾਂ ਦੇ ਪੰਜ ਤੱਤਾਂ ਤੋਂ ਹੀ ਬਣੇ ਹਨ। ਨੱਕ, ਕੰਨ, ਅੱਖਾਂ ਅਤੇ ਮੂੰਹ ਆਦਿ ਸਭ ਦੇ ਇੱਕ ਸਮਾਨ ਕੀਤੇ ਹਨ। ਹੱਥਾਂ ਪੈਰਾਂ ਨਾਲ ਕੰਮਕਾਜ ਵੀ ਇਕਸਾਰ ਹੀ ਕਰਦੇ ਹਨ। ਦੇਸਾਂ ਪ੍ਰਦੇਸਾਂ ਦੇ ਭੇਦ ਕਰਕੇ ਮੂਰਖ ਲੋਕ ਪੱਖਵਾਦੀ ਹੋ ਕੇ ਝਗੜਦੇ ਹਨ। ਜਿਹੜੇ ਨਾਮ ਨਾਲ ਲਿਵ ਲਾਉਂਦੇ ਹਨ ਉਹਨਾਂ ਨੂੰ ਬਹੁਤ ਵਡਿਆਈ ਮਿਲਦੀ ਹੈ। ਉਹਨਾਂ ਦੇ ਨਾਲ ਹੋਰ ਵੀ ਸੰਸਾਰੀਆਂ ਦਾ ਉਧਾਰ ਹੁੰਦਾ ਹੈ।
ਭਾਵੇਂ ਉਹ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ, ਚੰਗੇ ਅਮਲ ਕਰਨ ਤੋਂ ਬਿਨਾਂ ਦੋਵੇਂ ਨਰਕਾਂ ਨੂੰ ਜਾਂਦੇ ਹਨ। ਰਾਮ ਹੀ ਰਹੀਮ ਹੈ, ਅੱਲਾ ਹੀ ਅਕਾਲ ਰੂਪ ਹੈ, ਜਿਸ ਨੂੰ ਖੁਦਾ ਕਹਿੰਦੇ ਹੋ, ਉਹੀ ਇੱਕ ਏਕੰਕਾਰ ਹੈ। ਇਹਨਾਂ ਦਾ ਮੂਰਖ ਲੋਕ ਭੇਦ ਨਹੀਂ ਜਾਣਦੇ ਤੇ ਨਿੱਤ ਝਗੜਦੇ ਰਹਿੰਦੇ ਹਨ। ਗੁਰੂ ਜੀ ਦੇ ਇਹ ਪੱਖਪਾਤ ਰਹਿਤ ਬਚਨ ਸੁਣ ਕੇ ਸਾਰੇ ਹਾਜੀ ਤੇ ਕਾਜੀ ਆਪ ਜੀ ਨੂੰ ਖੁਦਾ ਰੂਪ ਸਮਝ ਕੇ ਆਪ ਜੀ ਦੇ ਚਰਨਾਂ 'ਤੇ ਢਹਿ ਪਏ ਅਤੇ ਬੇਨਤੀ ਕਰਕੇ ਕੁਝ ਸਮਾਂ ਗੁਰੂ ਜੀ ਨੂੰ ਉੱਥੇ ਹੀ ਰੱਖਿਆ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।